ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕਰ ਰਹੇ ਹਾਂ ਪੰਜਾਬੀ ਪ੍ਰਸ਼ਨ ਉੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚੋਂ। ਤਾਂ ਟੈਸਟ ਨੰਬਰ 81 ਤੇ ਪਹੁੰਚ ਚੁੱਕੇ ਹਾਂ। ਤਾਂ ਕਿਤਾਬਾਂ ਹੁਣ ਇਲੈਕਟਿਵ ਵਾਲੀਆਂ ਹੀ ਬਸ ਰਹਿ ਗਈਆਂ ਆਪਣੀਆਂ, ਠੀਕ ਹੈ। ਉਹ ਰਹਿ ਗਈਆਂ ਵੀ ਕੀ, ਉਹਦੇ ਵਿੱਚੋਂ ਵੀ ਹੁਣ 20% ਕੰਮ ਰਹਿ ਗਿਆ ਆਪਣਾ, ਅਤੇ ਫਿਰ ਆਪਾਂ ਮਿਸ਼ਨ ਆ ਕੰਪਲੀਟ ਕਰ ਦੇਣਾ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆ ਫਿਰ ਆਪਾਂ ਕਰਾਂਗੇ ਰਿਵੀਜ਼ਨ ਸ਼ੁਰੂ। ਮਤਲਬ ਇਹ ਆਪਾਂ ਵਿਸਥਾਰ ਸਾਹਿਤ ਕੀਤਾ ਹੈ। ਉਸ ਤੋਂ ਬਾਅਦ ਫਿਰ ਹੋਰ ਅਤੀ ਮਹੱਤਵਪੂਰਨ ਜਿਹੜਾ ਇਹਦੇ ਵਿੱਚੋਂ ਵੀ ਨਿਚੋੜ ਕੱਢ ਕੇ ਆਪਾਂ ਉਹਨੂੰ ਰਿਵਾਈਜ਼ ਕਰਾਂਗੇ। ਤਾਂ ਬਸ ਵੀ ਮਿਹਨਤ ਕਰਦੇ ਰਹੋ, ਕਿਤਾਬਾਂ ਦਾ ਸਾਥ ਨਹੀਂ ਛੱਡਣਾ ਹੈਗਾ ਜਿੰਨਾ ਚਿਰ ਮੰਜ਼ਿਲ ਮਿਲ ਨਹੀਂ ਜਾਂਦੀ। ਮੰਜ਼ਿਲ ਮਿਲਣ ਤੋਂ ਬਾਅਦ ਵੀ ਕਿਤਾਬਾਂ ਪੜ੍ਹਦੇ ਰਹਿਣਾ ਵਾ, ਠੀਕ ਹੈ। ਫਿਰ ਆਪਣੇ ਟੇਸਟ ਦੀਆਂ ਕਿਤਾਬਾਂ ਪੜ੍ਹੋ ਜਿੱਦਾਂ ਮਰਜ਼ੀ, ਹੈ ਨਾ। ਹੁਣ ਤਾਂ ਸਿਲੇਬਸ ਧੱਕੇ ਨਾਲ ਪੜ੍ਹ ਰਹੇ ਹਾਂ, ਤਾਂ ਚਲੋ ਕੋਈ ਗੱਲ ਨਹੀਂ, ਇਹ ਚੱਲਦਾ ਹੀ ਰਹਿੰਦਾ ਸਾਰਾ ਕੁਛ। ਅਤੇ ਮੈਂ ਦੱਸਣਾ ਸੀ ਵੀ ਕੱਲ੍ਹ ਵਾਲੇ ਟੈਸਟ ਵਿੱਚ ਮੇਰੇ ਤੋਂ 2 ਪ੍ਰਸ਼ਨ ਜਿਹੜੇ ਗਲਤ ਹੋ ਗਏ ਸੀ। ਪ੍ਰਸ਼ਨ ਨਹੀਂ, ਇੱਕ ਤਾਂ ਗੱਲ ਵਿੱਚ ਗਲਤ ਕਹੀ ਗਈ ਸੀ, ਉਹ ਦੱਸਣੀ ਹੈ ਮੈਂ। 2 ਪੁਆਇੰਟ ਸੀ, ਉਹ ਮੈਂ ਉਹਨਾਂ ਨੂੰ ਸਹੀ ਕਰਕੇ ਮੈਂ ਗਰੁੱਪ ਦੇ ਵਿੱਚ ਵੀ ਪਿੰਨ ਕੀਤਾ ਆ, ਠੀਕ ਹੈ। ਵੀਡੀਓ ਦੇ ਨੀਚੇ ਕਮੈਂਟ ਵੀ ਪਿੰਨ ਕੀਤਾ ਹੈ, ਤਾਂ ਮੈਂ ਦੱਸਿਆ ਵੀ ਸੀ, ਠੀਕ ਹੈ। ਤਾਂ ਹੋ ਸਕਦਾ ਕਿਸੇ ਦੇ ਧਿਆਨ ਵਿੱਚ ਨਾ ਰਿਹਾ ਹੋਵੇ। ਪਹਿਲੀ ਗੱਲ ਕਿ ਸਭ ਤੋਂ ਜ਼ਿਆਦਾ ਕਾਫੀਆਂ ਕਿਸ ਸੂਫੀ ਕਵੀ ਦੀਆਂ ਨੇ, ਉਹ ਹੈ ਗੁਲਾਮ ਫਰੀਦ ਜੀ। ਪੜ੍ਹ ਕੇ ਮੈਂ ਵੀ ਗੁਲਾਮ ਫਰੀਦ ਹੀ ਹਟੀ ਸੀ, ਪਰ ਬੋਲਣ ਵਿੱਚ ਬਾਏ ਮਿਸਟੇਕ ਮੇਰੇ ਤੋਂ ਸ਼ਾਹ ਹੁਸੈਨ ਬੋਲਿਆ ਗਿਆ, ਤਾਂ ਇਸ ਨੂੰ ਨੋਟ ਕਰ ਲੈਣਾ, ਠੀਕ ਹੈ ਜੀ। ਗੁਲਾਮ ਫਰੀਦ ਜੀ ਦੀਆਂ ਸਭ ਤੋਂ ਜ਼ਿਆਦਾ ਕਾਫੀਆਂ ਨੇ। ਅਤੇ ਦੂਸਰਾ ਪੁਆਇੰਟ ਇਹ ਸੀ ਵੀ ਬੋਲਣ ਵਿੱਚ ਜਦੋਂ ਕੱਲ੍ਹ ਅਸੀਂ ਸਮਾਚਾਰ ਅਤੇ ਅੱਧੀ ਵਾਟ ਸੰਤ ਸਿੰਘ ਸੇਖੋਂ ਜੀ ਦੀਆਂ ਰਚਨਾਵਾਂ ਦਾ ਜ਼ਿਕਰ ਕਰ ਰਹੇ ਸੀ, ਤਾਂ ਉਸ ਵਕਤ ਮੇਰੇ ਕੋਲ ਇਹ ਨਾਟਕ ਬੋਲੇ ਗਏ। ਇਹ ਨਾਟਕ ਨਹੀਂ ਆ, ਇਹ ਕਹਾਣੀ ਸੰਗ੍ਰਹਿ ਆ, ਠੀਕ ਹੈ ਜੀ। ਇਹ ਆਪਾਂ ਸਵਾਲ ਬਹੁਤ ਪਹਿਲੇ ਕਰ ਚੁੱਕੇ ਹਾਂ ਟੈਸਟਾਂ ਦੇ ਵਿੱਚ, ਤਾਂ ਇਹ ਨੋਟ ਕਰ ਲੈਣਾ, ਧਿਆਨ ਵਿੱਚ ਰੱਖ ਲੈਣਾ ਗੱਲਾਂ ਨੂੰ। ਤਾਂ ਅੱਜ ਵਾਲੇ ਸਵਾਲ ਆਪਾਂ ਕਰਦੇ ਹਾਂ। ਸ਼ੋਭਾ ਸ਼ਕਤੀ ਨਾਟਕ ਕਿਸ ਦਾ ਹੈ? ਹਾਂ, ਨਾਟਕ ਹੈ ਡਾਕਟਰ ਹਰਚੰਦ ਸਿੰਘ, ਗੁਰਸ਼ਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਰਗੀ। ਕਰੈਕਟ ਆਪਸ਼ਨ ਹੈ ਵੀ ਡਾਕਟਰ ਹਰਚੰਦ ਸਿੰਘ ਜੀ ਦਾ ਇਹ ਨਾਟਕ ਹੈ ਸ਼ੋਭਾ ਸ਼ਕਤੀ, ਠੀਕ ਹੈ ਜੀ। ਆਪਾਂ ਇਹਨਾਂ ਦੇ ਕਿੰਨੇ ਹੀ ਨਾਟਕ ਕਰ ਲਏ ਆ। ਸਾਰੇ ਟੈਸਟ ਮੈਂ ਬਾਰ-ਬਾਰ ਕਹਿ ਰਹੀ ਹਾਂ, ਨੰਬਰ 1 ਤੋਂ ਸ਼ੁਰੂ ਕਰੋ। ਜਿਹੜੇ ਕਹਿੰਦੇ ਆ ਨਾ ETT ਵਾਲੇ ਕਿ ਸਾਨੂੰ ਸਾਹਿਤ ਸਮਝ ਹੀ ਨਹੀਂ ਆਉਂਦਾ, ਸਾਡੇ ਤੋਂ ਕਿਤਾਬਾਂ ਹੀ ਹੈ ਨਹੀਂ, ਹੁਣ ਤੁਸੀਂ ਦੇਖਿਓ ਨੰਬਰ 1 ਤੋਂ ਚੱਲ ਕੇ 80 ਤੇ ਆਣ ਕੇ ਫਿਰ ਦੇਖਣਾ ਕਿ ਤੁਹਾਡਾ ਕਿਹੋ ਜਿਹਾ ਫਲੋ ਆ, ਠੀਕ ਹੈ। ਇਹਨੂੰ ਜ਼ਰੂਰ ਕਰ ਲੈਣਾ ਕੁਛ ਨਾ ਕੁਛ। ਮੈਨੂੰ ਪੂਰੀ ਉਮੀਦ ਆ ਕਿ ਜੇ ਸਵਾਲ ਇਸ ਤਰ੍ਹਾਂ ਨਹੀਂ ਵੀ ਆਉਂਦਾ ਨਾ, ਤਾਂ ਤੁਹਾਨੂੰ ਸਹੀ ਆਪਸ਼ਨ ਟਿਕ ਕਰਨ 'ਚ ਇਹ ਜਿਹੜੇ ਪੜ੍ਹੇ ਹੋਏ ਪ੍ਰਸ਼ਨ ਜਾਂ ਯਾਦ ਕੀਤੇ ਪ੍ਰਸ਼ਨ ਜ਼ਰੂਰ ਸਹਾਰਾ ਦੇਣਗੇ, ਠੀਕ ਹੈ ਜੀ। ਬਾਕੀ ਤੁਹਾਡਾ ਆਪਦਾ ਹੀ, ਠੀਕ ਹੈ ਜੀ, ਸਾਰਾ ਕੁਛ ਮਿਹਨਤ। ਨਾਟ ਸਨੇਹ ਇਕਾਂਗੀ ਸੰਗ੍ਰਹਿ ਕਿਸ ਦਾ ਹੈ? ਸੰਤ ਸਿੰਘ ਸੇਖੋਂ, ਡਾਕਟਰ ਆਤਮਜੀਤ, IC ਨੰਦਾ, ਡਾਕਟਰ ਹਰਚੰਦ ਸਿੰਘ। ਕਰੈਕਟ ਆਪਸ਼ਨ ਹੈ ਵੀ ਇਹ ਆਪਣੇ ਸੰਤ ਸਿੰਘ ਸੇਖੋਂ ਜੀ ਦਾ ਇਕਾਂਗੀ ਸੰਗ੍ਰਹਿ ਹੈ ਨਾਟ ਸਨੇਹ, ਠੀਕ ਹੈ ਜੀ। ਤੁਸੀਂ ਕਹਿੰਦੇ ਰਹਿੰਦੇ ਨਾ ਜ਼ਿਆਦਾ ਪ੍ਰਸ਼ਨ ਪਾਓ, ਮੇਰੀ ਇਹੀ ਕੋਸ਼ਿਸ਼ ਹੁੰਦੀ, ਪਰ 10-20 ਪ੍ਰਸ਼ਨ ਬਣਾਉਣ 'ਚ ਵੀ 1 ਘੰਟਾ ਲੱਗ ਜਾਂਦਾ। 3-4 ਕਿਤਾਬਾਂ 'ਚੋਂ ਕੱਢ ਕੇ ਲਿਖਣੇ ਹੁੰਦੇ ਆ, ਤਾਂ ਜਿੰਨੇ ਵੀ ਹੁੰਦੇ ਆ ਪਲੀਜ਼ ਇੰਨੇ ਕੇ ਕਬੂਲ ਕਰ ਲਿਆ ਕਰੋ, ਠੀਕ ਹੈ। ਆਪਾਂ ਥੋੜ੍ਹਾ ਫੂਹੀ ਕਰਕੇ ਤਲਾਬ ਭਰ ਲੈਣਾ, ਕੋਈ ਚੱਕਰ ਨਹੀਂ। ਚਲੋ ਬਈ ਅੱਗੇ ਦੀ ਰਾਸ ਤੇ ਅਲੰਕਾਰਾਂ ਬਾਰੇ ਵੀ ਆਪਾਂ ਅੱਜ ਗੱਲ ਕਰਾਂਗੇ। ਅੱਜ ਅਲੰਕਾਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਹਾਂ, 2, 3, 4, 5। ਕਰੈਕਟ ਆਪਸ਼ਨ ਹੈ ਵੀ 3 ਵਰਗਾਂ ਵਿੱਚ ਅਲੰਕਾਰਾਂ ਨੂੰ ਵੰਡਿਆ ਗਿਆ ਹੈ, ਠੀਕ ਹੈ, 3 ਵਰਗਾਂ ਵਿੱਚ। ਚਲੋ, ਅਲੰਕਾਰਾਂ ਦੀਆਂ ਕਿਸਮਾਂ ਵਿੱਚ ਸ਼ਾਮਲ ਨਹੀਂ ਹੈ, ਕਿਸਮਾਂ ਨਹੀਂ ਆਪਾਂ ਵਰਗ ਕਵਾਂਗੇ, ਠੀਕ ਹੈ ਨਾ। ਅਲੰਕਾਰ ਦੇ ਵਰਗਾਂ ਵਿੱਚ ਕੀ ਸ਼ਾਮਲ ਨਹੀਂ ਇਹਨਾਂ ਵਿੱਚੋਂ? ਸ਼ਬਦ ਅਲੰਕਾਰ, ਧੁਨੀ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ। ਕਰੈਕਟ ਆਪਸ਼ਨ ਹੈ ਵੀ ਧੁਨੀ ਅਲੰਕਾਰ। ਇਹ ਨਹੀਂ ਆ ਬਈ, ਆਹ 3 ਵਰਗ ਹੀ ਆਪਾਂ ਉੱਪਰ ਕਰਕੇ ਨਾ 3 ਵਰਗ ਅਲੰਕਾਰਾਂ ਦੇ। ਕਿਹੜੇ? ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ, ਠੀਕ ਹੈ ਜੀ। ਦੇਖੋ, ਅਲੰਕਾਰ, ਰਸ ਤੇ ਛੰਦ ਇਹ ਸਮਝ ਨਹੀਂ ਛੇਤੀ ਆਉਂਦੇ ਹੈਗੇ। ਚਲੋ ਭਲਾ ਹੀ BA ਦੇ ਵਿੱਚ ਇਲੈਕਟਿਵ ਪੰਜਾਬੀ ਕੀਤੀ ਹੋਵੇ, ਪਤਾ ਨਹੀਂ ਲੱਗਦਾ ਸਾਨੂੰ, ਛੰਦ ਹੀ ਨਹੀਂ ਦਿਮਾਗ 'ਚ ਪੈਂਦੇ। ਫਿਰ ਇਹਨੂੰ ਬੇਸ ਸਮਝਣਾ ਪੈਣਾ, ਇਹਦੇ ਨਿੱਕੇ ਇਹਦੇ ਸਾਰੇ ਪੇਚਕਸ ਸਾਰੇ ਇਹਦੇ ਸਮਝਣੇ ਪੈਣੇ, ਫਿਰ ਜਾ ਕੇ ਮਸ਼ੀਨ ਬਣਨੀ, ਠੀਕ ਹੈ ਨਾ। ਚਲੋ, ਜਿਹੜੇ ਅਲੰਕਾਰ ਕਵਿਤਾ ਦੇ ਅਰਥਾਂ 'ਤੇ ਨਿਰਭਰ ਕਰਦੇ ਹਨ, ਕਿਹੜੇ ਅਰਥਾਂ ਦੇ? ਉਹਨਾਂ ਨੂੰ ਕੀ ਕਹਿੰਦੇ ਆ ਵੀ ਸ਼ਬਦ ਅਲੰਕਾਰ। ਕੀ ਕਹਿੰਦੇ ਆ? ਅਰਥ ਅਲੰਕਾਰ ਕਹਿੰਦੇ ਆ। ਅਰਥ ਅਲੰਕਾਰ ਜਿਹੜੇ ਕਵਿਤਾ ਦੇ ਅਰਥ ਤੇ ਅਲੰਕਾਰ, ਤੁਸੀਂ ਨਜ਼ਮਾਂ ਜਦੋਂ ਪੜ੍ਹਦੇ ਆ ਉਦੋਂ ਦੇਖਿਆ ਕਰੋ, ਠੀਕ ਹੈ, ਵੀ ਕਿਹੜਾ ਅਲੰਕਾਰ ਆ ਉਹਦੇ ਵਿੱਚ ਵਰਤਿਆ ਹੋਇਆ। ਜਿਹੜੇ ਅਲੰਕਾਰ ਸ਼ਬਦ ਤੇ ਅਰਥ ਦੋਹਾਂ ਤੇ ਨਿਰਭਰ ਹੋਣ, ਉਹਨਾਂ ਨੂੰ ਕੀ ਕਹਿੰਦੇ ਆ ਬਈ? ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ। ਉਪਰੋਕਤ ਕੋਈ ਵੀ ਨਹੀਂ। ਕਰੈਕਟ ਆਪਸ਼ਨ ਹੈ ਵੀ ਸ਼ਬਦਾਰਥ ਅਲੰਕਾਰ, ਠੀਕ ਹੈ ਜੀ। ਜਿਹੜੇ ਸ਼ਬਦ ਤੇ ਅਰਥ ਦੋਹਾਂ ਤੇ ਨਿਰਭਰ ਕਰਦੇ ਆ, ਸ਼ਬਦ ਤੇ ਨਿਰਭਰ ਕਰਦੇ ਸ਼ਬਦ ਅਲੰਕਾਰ, ਅਰਥ ਤੇ ਨਿਰਭਰ ਕਰਦੇ ਅਰਥ ਅਲੰਕਾਰ। ਉਹ ਅਲੰਕਾਰ ਜਿਹੜੇ ਦੋਹਾਂ ਤੇ ਨਿਰਭਰ ਕਰਦੇ ਉਹਨੂੰ ਕਹਿੰਦੇ ਆ ਸ਼ਬਦਾਰਥ ਅਲੰਕਾਰ, ਠੀਕ ਹੈ। ਚਲੋ,
ਸਾਰੇ ਗੁਣ ਤਾਂ ਆਪਾਂ ਇਹਨਾਂ ਦੀ ਸਮਝਣੀ ਪੈਣੀ ਆ। ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਇਸ ਤਰ੍ਹਾਂ ਕੀਤਾ ਹੋਵੇ ਕਿ ਸੰਗੀਤਕ ਲੈ ਵਜ਼ਨ ਤੋਲ ਪੈਦਾ ਹੋਏ, ਉਸ ਨੂੰ ਕਿਹੜਾ ਅਲੰਕਾਰ ਕਹਿੰਦੇ ਆ? ਹਾਂ, ਅਨੁਪ੍ਰਾਸ ਅਲੰਕਾਰ, ਰੂਪਕ ਅਲੰਕਾਰ, ਉਪਮਾ ਅਲੰਕਾਰ, ਅਤਕਥਨੀ ਅਲੰਕਾਰ। ਕਰੈਕਟ ਆਪਸ਼ਨ ਹੈ ਵੀ ਅਨੁਪ੍ਰਾਸ ਅਲੰਕਾਰ। ਕੁਝ ਨਜ਼ਮਾਂ ਦੇ ਵਿੱਚ ਤੁਸੀਂ ਦੇਖਿਆ ਨਾ, ਸਤਰਾਂ ਦੇ ਵਿੱਚ ਕਈ ਸ਼ਬਦ ਬਾਰ-ਬਾਰ ਉਹਨਾਂ ਦਾ ਉਚਾਰਨ ਇੱਕੋ ਜਿਹਾ ਮੂੰਹ ਦੇ ਵਿੱਚੋਂ ਨਿਕਲਦਾ ਆ, ਠੀਕ ਹੈ, ਕਿਤੇ ਮਤਲਬ ਇੱਕੋ ਜਿਹਾ ਉਚਾਰਨ ਦੀ ਲੈ ਜੀ ਇੱਕੋ ਜਿਹੀ ਨਿਕਲਦੀ, ਤੇ ਫਿਰ ਬੜਾ ਸੋਹਣੀ ਉਹ ਟਿਊਨ ਜੀ ਬਣਦੀ ਆ ਜਦੋਂ ਨਜ਼ਮ ਪੜ੍ਹਦੇ ਆ। ਤਾਂ ਉਸੇ ਉਹ ਜਿਹੜਾ ਹੁੰਦਾ ਅਨੁਪ੍ਰਾਸ ਅਲੰਕਾਰ ਹੁੰਦਾ ਹੈ, ਠੀਕ ਹੈ ਜੀ। ਆਪਾਂ ਅੱਗੇ ਉਦਾਹਰਨ ਕਰਾਂਗੇ। ਚਲੋ ਬਈ, ਫਿਰ ਰੂਪ ਨੂਪ ਸਰੂਪ ਦਿਸੇ, ਫਿਰ ਜਿੰਦ ਦੀਵਾਨੀ ਝੱਲੀ ਚੱਲੀ, ਫਿਰ ਹੋਸ਼ ਬੇਹੋਸ਼ ਮਦਹੋਸ਼ ਹੋਈ, ਫਿਰ ਪੱਤਰ ਲੈਂਦੀ ਗਲੀ ਗਲੀ। ਹਾਂ, ਉਪਰੋਕਤ ਸਤਰਾਂ ਵਿੱਚ ਕਿਹੜਾ ਅਲੰਕਾਰ ਹੈ? ਇਹ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਲਾਈਨਾਂ ਨੇ। ਹਾਂ, ਦੱਸੋ ਵੀ। ਰੂਪਕ ਅਲੰਕਾਰ, ਅਤਕਥਨੀ ਅਲੰਕਾਰ, ਉਪਮਾ ਅਲੰਕਾਰ, ਅਨੁਪ੍ਰਾਸ ਅਲੰਕਾਰ। ਕਰੈਕਟ ਆਪਸ਼ਨ, ਜਿਹਨੇ ਉੱਪਰਲਾ ਸਵਾਲ ਸਮਝ ਲਿਆ ਉਹਨੂੰ ਇਹ ਸਮਝ ਆਵੇਗਾ ਹੁਣ। ਕਰੈਕਟ ਆਪਸ਼ਨ ਹੈ ਵੀ ਅਨੁਪ੍ਰਾਸ ਅਲੰਕਾਰ। ਦੇਖੋ, ਰੂਪ ਸਰੂਪ ਅਨੂਪ ਦੁਹਰਾਓ ਹੋ ਰਿਹਾ ਨਾ ਸ਼ਬਦਾਂ ਵਿੱਚ, ਇਹਦੇ ਵਿੱਚ ਕਿਹਦਾ ਦੁਹਰਾਓ ਹੋ ਰਿਹਾ ਹੈ? ਊਪ ਦਾ। ਰੂਪ ਸਰੂਪ ਅਨੂਪ, ਆ ਦੇਖੋ ਓਸ਼ ਦਾ, ਹੋਸ਼ ਬੇਹੋਸ਼ ਮਦਹੋਸ਼, ਮਤਲਬ ਦੁਹਰਾਓ ਜਿਹਾ ਹੋ ਰਿਹਾ, ਇੱਕ ਸੰਗੀਤ ਜਿਹਾ ਪੈਦਾ ਹੋ ਰਿਹਾ ਨਜ਼ਮ ਦੇ ਵਿੱਚੋਂ, ਠੀਕ ਹੈ ਨਾ। ਇਹੀ ਬਸ ਅਨੁਪ੍ਰਾਸ ਅਲੰਕਾਰ ਆ। ਬਸ ਜਦੋਂ ਇੱਦਾਂ ਦਾ ਕਵਿਤਾ ਦੇ ਵਿੱਚ ਕੋਈ ਹੈ ਨਾ ਦੁਹਰਾਓ ਜਿਹਾ ਦਿਸੇ ਤਾਂ ਬਸ ਸਮਝ ਲੈਣਾ ਕਿ ਉਹ ਅਨੁਪ੍ਰਾਸ ਅਲੰਕਾਰ ਹੀ ਆ। ਤੇ ਇੱਕ ਨੋਟ ਕਰ ਲੈਣਾ ਕਿ ਅਨੁਪ੍ਰਾਸ ਅਲੰਕਾਰ ਸ਼ਬਦ ਅਲੰਕਾਰ ਹੈ। ਇੱਥੇ ਸਾਰਾ ਜਿਹੜੇ ਅਲੰਕਾਰ ਨੇ ਉਹ ਸ਼ਬਦਾਂ ਤੇ ਡਿਪੈਂਡ ਕਰ ਰਹੇ ਨੇ, ਠੀਕ ਹੈ ਨਾ, ਸ਼ਬਦਾਂ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਜ਼ਿਆਦਾ। ਹਾਂ, ਧਿਆਨ ਨਾਲ ਅਗਲਾ ਗੱਲ ਵੀ ਸਮਝ ਲੈਣੀ ਧਿਆਨ ਨਾਲ। ਜਿੱਥੇ ਉਪਮਾਨ ਯੋਗ ਵਸਤੂ ਉਪਮੇय ਕਿਸੇ ਹੋਰ ਮਿਲਦੀ ਜੁਲਦੀ ਵਸਤੂ ਉਪਮਾਨ। ਦੇਖੋ, ਲਿਖਣ ਨੂੰ ਮੈਂ ਉਪਮੇय ਵੀ ਲਿਖ ਸਕਦੀ ਸੀ, ਉਪਮਾਨ ਵੀ, ਪਰ ਮੈਨੂੰ ਲੱਗਾ ਕਿ ਸਮਝਣਾ ਜ਼ਰੂਰੀ ਹੈ ਇਹਦੇ। ਉਪਮੇय ਹੁੰਦਾ ਆ ਜਿਹੜੀ ਚੀਜ਼ ਦੀ ਆਪਾਂ ਤੁਲਨਾ ਕਰਨੀ ਆ, ਠੀਕ ਹੈ। ਉਪਮਾਨ ਹੁੰਦਾ ਜਿਹਦੇ ਨਾਲ ਤੁਲਨਾ ਕੀਤੀ ਜਾਣੀ ਆ, ਕਿਸੇ ਹੋਰ ਮਿਲਦੀ ਜੁਲਦੀ ਨਾਲ, ਠੀਕ ਹੈ। ਇੱਕ ਮਿੰਟ ਜੀ, ਇੱਕ ਮਿੰਟ। ਨਾਲ ਸਾਂਝੇ ਗੁਣਾਂ ਦੀ ਸਮਾਨਤਾ ਦੱਸੀ ਜਾਵੇ, ਉੱਥੇ ਕਿਹੜਾ ਅਲੰਕਾਰ ਹੁੰਦਾ? ਕਿਹੜਾ ਅਲੰਕਾਰ ਹੁੰਦਾ ਵੀ? ਉਪਮਾ ਅਲੰਕਾਰ, ਠੀਕ ਹੈ। ਜਿਵੇਂ ਹੁਣ ਉਦਾਹਰਨ ਦੇਖੋ, ਜਿਵੇਂ ਉਹਦਾ ਮੁਖੜਾ ਚੰਨ ਵਰਗਾ ਸੋਹਣਾ ਹੈ, ਉਹਦਾ ਮੁਖੜਾ, ਇਹ ਤੇ ਤੁਲਨਾ ਕਿਹਦੀ ਕੀਤੀ? ਮੁਖੜੇ ਦੀ। ਮੁਖੜਾ ਕੀ ਆ? ਉਪਮੇय ਆ, ਜਿਹੜੀ ਵਸਤੂ ਦੀ ਆਪਾਂ ਗੱਲ ਕਰਨੀ ਆ, ਤੁਲਨਾ ਕਰਨੀ ਆ। ਉਹਦਾ ਮੁਖੜਾ ਚੰਨ ਵਰਗਾ, ਚੰਨ ਇੱਥੇ ਕੀ ਆ? ਉਪਮਾਨ ਆ ਜਿਹਨਾਂ ਤੁਲਨਾ ਕਰ ਰਿਹਾ। ਹੁਣ ਮੁਖੜਾ ਤੇ ਚੰਨ ਦੋਨਾਂ 'ਚ ਸਮਾਨ ਵਾ ਗੁਣ, ਹੈ ਨਾ। ਜਿੰਨਾ ਚੰਨ ਸੋਹਣਾ ਓਨਾ ਹੀ ਮੁਖੜਾ ਸੋਹਣਾ, ਜਿੰਨਾ ਮੁਖੜਾ ਸੋਹਣਾ ਓਨਾ ਹੀ ਚੰਨ ਸੋਹਣਾ। ਬਸ ਇਹ ਕੀ ਚੀਜ਼ ਹੈ? ਇਹ ਕਿਹੜਾ ਅਲੰਕਾਰ ਆ? ਉਪਮਾ ਅਲੰਕਾਰ ਆ। ਬਸ ਇਹਨੂੰ ਇੱਦਾਂ ਨੋਟ ਕਰ ਲੈਣਾ। ਅਗਲਾ ਸਵਾਲ ਦਾ ਜਵਾਬ ਤੁਸੀਂ ਮੈਨੂੰ ਦੇਣਾ। ਗੁਰਬਾਣੀ ਦੀਆਂ ਸਤਰਾਂ ਨੇ, ਇਹਨਾਂ ਦਾ ਦੱਸਣਾ ਤੁਸੀਂ ਅਲੰਕਾਰ ਕਿਹੜਾ ਹੈ ਇਹਨਾਂ ਵਿੱਚ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਸ, ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ। ਠੀਕ ਹੈ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ। ਕਰੈਕਟ ਆਪਸ਼ਨ ਜੋ ਵੀ ਹੈ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਪੂਰੇ ਠਰਮੇ ਦੇ ਨਾਲ, ਆਰਾਮ ਦੇ ਨਾਲ, ਦਿਲ ਦੇ ਨਾਲ ਕਲਾਸ ਨੂੰ ਲਗਾਇਆ ਕਰੋ, ਠੀਕ ਹੈ। ਵੀਡੀਓ ਦੇਖਿਆ ਕਰੋ। ਬਹੁਤ ਵਧਾ ਚੜਾ ਕੇ ਵਰਣਨ ਦੀ ਕਾਵਰਿਤ ਨੂੰ ਕੀ ਕਹਿੰਦੇ ਨੇ? ਹਾਂ, ਕਿਹੜਾ ਅਲੰਕਾਰ ਹੁੰਦਾ ਵੀ ਬੜਾ ਵਧਾ ਚੜਾ ਕੇ ਗੱਲ ਕੀਤੀ ਹੁੰਦੀ ਹੈ? ਅਨੁਪ੍ਰਾਸ ਅਲੰਕਾਰ, ਰੂਪਕ ਅਲੰਕਾਰ, ਅਤਕਥਨੀ ਅਲੰਕਾਰ, ਉਪਮਾ ਅਲੰਕਾਰ। ਕਰੈਕਟ ਆਪਸ਼ਨ ਹੈ ਵੀ ਅਤਕਥਨੀ ਅਲੰਕਾਰ। ਮਤਲਬ ਗੱਲ ਬੜੀ ਵਧਾ ਚੜਾ ਕੇ ਜੇ ਕੀਤੀ ਹੁੰਦੀ ਨਜ਼ਮ ਦੇ ਵਿੱਚ, ਠੀਕ ਹੈ। ਇੱਕ ਹਿਸਾਬ ਨਾਲ ਵੀ ਹੋ ਹੀ ਨਹੀਂ ਸਕਦੀ ਹੁੰਦੀ ਉਹ ਗੱਲ, ਉਹ ਕੀਤੀ ਹੁੰਦੀ ਉਹਦੇ ਵਿੱਚ। ਮਤਲਬ ਪਰ ਉਹਦੇ ਵਿੱਚ ਵੀ ਕਵੀ ਦੀ ਇਹ ਕੋਸ਼ਿਸ਼ ਹੁੰਦੀ ਕਿ ਉਹ ਸਵਾਦ ਜਿਹਾ ਪੈਦਾ ਕਰਨਾ, ਠੀਕ ਹੈ। ਉਹਦੇ ਵਿੱਚ ਵੀ ਕਵੀ ਸਵਾਦ ਜਿਹਾ ਲੈਂਦਾ ਹੈ ਤੇ ਆਪਣੇ ਪਾਠਕਾਂ ਨੂੰ ਸਵਾਦ ਦਿੰਦਾ ਆ, ਠੀਕ ਹੈ। ਮਤਲਬ ਇੱਕ ਤਰ੍ਹਾਂ ਦਾ ਚਮਤਕਾਰ ਪੈਦਾ ਕਰਨਾ ਕੰਮ ਹੁੰਦਾ ਇਸ ਅਲੰਕਾਰ ਦਾ, ਚਮਤਕਾਰ ਜਿਹਾ ਪੈਦਾ ਕਰਨਾ। ਮਤਲਬ ਗੱਲ ਹੋ ਨਹੀਂ ਸਕਦੀ, ਲੱਗਦਾ ਕਿ ਯਥਾਰਥ ਵਿੱਚ ਵਾਪਰ ਨਹੀਂ ਸਕਦਾ, ਠੀਕ ਹੈ। ਵਧਾ ਚੜਾ ਕੇ ਇਹ ਮੈਂ ਤਾਂ ਨਾਲ ਐਕਸਪਲੇਨ ਕਰ ਰਹੀ ਕਿਉਂਕਿ ਮੇਰੇ ETT ਵਾਲੇ ਸਾਥੀ ਸਾਇੰਸ ਵਾਲੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ, ਉਹਨਾਂ ਦਾ ਕਰਕੇ। ਪੰਜਾਬੀ ਮਾਸਟਰ ਕੇਡਰ ਤਾਂ ਠੀਕ ਹੈ ਨਾ, ਉਹਨਾਂ ਨੂੰ ਤਾਂ ਸਾਰਾ ਕੁਛ ਆਉਂਦਾ ਹੀ ਹੈ ਇਹਦੇ ਬਾਰੇ। ਰਸਾਂ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ? ਹਾਸ ਰਸ, ਸ਼ਿੰਗਾਰ ਰਸ, ਸ਼ਾਂਤ ਰਸ, ਅਦਭੁਤ ਰਸ। ਕਰੈਕਟ ਆਪਸ਼ਨ ਹੈ ਵੀ ਇਸ ਨੂੰ ਸ਼ਿੰਗਾਰ ਰਸ ਕਿਹਾ। ਸ਼ਿੰਗਾਰ ਰਸ ਕੀ ਹੈ? ਰਸਾਂ ਦਾ ਰਾਜਾ ਆ, ਠੀਕ ਹੈ ਨਾ। ਫਲਾਂ ਦਾ ਰਾਜਾ ਅੰਬ, ਰਸਾਂ ਦਾ ਰਾਜਾ ਸ਼ਿੰਗਾਰ ਰਸ। ਚਲੋ ਅੱਗੇ। ਇਹ ਲਿਖਿਆ ਵਿੱਚੋਂ ਕਿਸ ਰਸ ਦਾ ਸਥਾਈ ਭਾਵ ਵੈਰਾਗ ਹੈ? ਵੈਰਾਗ। ਹਾਸ ਰਸ, ਕਰੁਣਾ ਰਸ, ਸ਼ਾਂਤ ਰਸ, ਭਿਆਨਕ ਰਸ। ਕਰੈਕਟ ਆਪਸ਼ਨ ਵੀ ਸ਼ਾਂਤ ਰਸ। ਇਹਦੇ ਵਿੱਚ ਸਥਾਈ ਭਾਵ ਜਿਹੜਾ ਵੈਰਾਗ ਹੈ, ਜਿਵੇਂ ਕਿ ਗੁਰਬਾਣੀ ਵਿੱਚ ਜਿਹੜੀ ਹੈ ਸ਼ਾਂਤ ਰਸ ਹੈ, ਠੀਕ ਹੈ ਜੀ। ਸ਼ਿੰਗਾਰ ਰਸ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਹਾਂ, 2 3 4 5 ਕਿੰਨੇ ਤਰ੍ਹਾਂ ਦਾ ਵੀ? 2 ਤਰ੍ਹਾਂ ਦਾ। ਕਿ ਦੇਖੋ ਕਿਹੜਾ ਕਿਹੜਾ? ਸੰਯੋਗ ਤੇ ਵਿਯੋਗ, ਠੀਕ ਹੈ ਜੀ, ਜਾਂ ਇਹਨੂੰ ਕਹਿੰਦੇ ਵਸਲ ਤੇ ਹਿਜਰ। ਸ਼ਿੰਗਾਰ ਰਸ ਦਾ ਸਥਾਈ ਭਾਵ ਕੀ ਆ? ਪ੍ਰੀਤ, ਪ੍ਰੇਮ, ਠੀਕ ਹੈ ਨਾ, ਮੁਹੱਬਤ। ਤੇ ਮੁਹੱਬਤ ਦੇ ਵੀ ਦੋ ਪਹਿਲੂ ਹੁੰਦੇ ਆ, ਇੱਕ ਦੁਖੀ ਵਾਲਾ, ਇੱਕ ਖੁਸ਼ੀ ਵਾਲਾ।
ਤੇ ਇੱਕ ਪਾਸੇ ਮਿਲਣ ਦੀ ਖੁਸ਼ੀ, ਇੱਕ ਪਾਸੇ ਵਿਛੜਨ ਦਾ ਦੁੱਖ, ਠੀਕ ਹੈ ਨਾ। ਇੱਕ ਪਾਸੇ ਤੜਫ ਹੈ, ਇੱਕ ਪਾਸੇ ਆਨੰਦ ਆ। ਤਾਂ ਇਹਨਾਂ ਇਹ ਸਾਰੀਆਂ ਚੀਜ਼ਾਂ ਵੀ ਕੀ ਆ, ਮੁਹੱਬਤ ਨੂੰ ਕੀ ਆ ਰਸਮਈ ਬਣਾਉਂਦੀਆਂ ਆ, ਆਨੰਦ ਜਿਹਾ ਦਿਵਾਉਂਦੀਆਂ ਆ। ਮਤਲਬ ਇਹ ਵੀ ਮੁਹੱਬਤ 'ਚ ਸਵਾਦ ਜਿਹਾ ਪੈਦਾ ਕਰਦੀਆਂ ਆ। ਤਾਂ ਇਹ ਕੀ ਆ, ਇਹ ਭਾਗ ਆ ਦੋ, ਠੀਕ ਹੈ ਜੀ, ਸੰਜੋਗ ਤੇ ਵਿਯੋਗ, ਵਸਲ ਤੇ ਹਿਜਰ, ਠੀਕ ਹੈ। ਵਿਛੋੜੇ ਵਾਲੀ ਸਥਿਤੀ, ਮਿਲਣ ਵਾਲੀ ਸਥਿਤੀ, ਖੁਸ਼ੀ ਦੁਖੀ, ਇਹ ਸਾਰੀਆਂ ਇਸੇ ਲਈ ਇਹਨੂੰ ਦੋ ਤਰ੍ਹਾਂ ਦੇ ਨਾਲ ਵਰਤ ਲਿਆ ਜਾਂਦਾ ਹੈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਪਿਆਰੇ ਸਾਥੀਓ। ਜੇ ਕਮੀ ਪੇਸ਼ੀ ਹੁੰਦੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ, ਆਪਾਂ ਰਲ ਮਿਲ ਕੇ ਤਿਆਰੀ ਕਰ ਰਹੇ ਹਾਂ। ਠੀਕ ਹੈ ਜੀ, ਧੰਨਵਾਦ, ਥੈਂਕ ਯੂ।